आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ का सफ़र तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਭੂਪੇਸ਼ ਗੁਪਤਾ ਤੇ VS ਅਥੁਚਾਨੰਦਨ ਬਾਰੇ ਦੱਸਾਂਗੇ। ਪੇਸ਼ ਹੈ ਇੱਕ ਰਿਪੋर्ट। 20 ਅਕਤੂਬਰ 1914 ਨੂੰ ਭੂਪੇਸ਼ ਗੁਪਤਾ ਦਾ ਜਨਮ ਬਰਤਾਨਵੀ ਭਾਰਤ ਵਿੱਚ ਬੰਗਾਲ ਸੂਬੇ ਦੇ ਤਤਕਾਲੀ ਜ਼ਿਲ੍ਹੇ ਮਈਮਨ ਸਿੰਘ ਦੇ ਇਟਨਾ ਵਿੱਚ ਹੋਇਆ ਸੀ। ਉਹਨਾਂ ਨੇ ਕਲਕੱਤਾ ਯੂਨੀਵਰਸਿਟੀ ਦੇ ਸਕਾਟਿਸ਼ ਚਰਚ ਕਾਲਜ ਵਿੱਚ ਪੜ੍ਹਾਈ ਕੀਤੀ। ਉਹ ਜਦ ਸਕੂਲ ਵਿੱਚ ਪੜ੍ਹਦੇ ਸਨ ਉਦੋਂ ਹੀ ਬੰਗਾਲ ਦੇ ਕ੍ਰਾਂਤੀਕਾਰੀਆਂ ਵਿੱਚ ਸ਼ਾਮਲ ਹੋ ਗਏ ਸਨ। ਉਹਨਾਂ ਨੂੰ 4 ਸਾਲ ਤੋਂ ਵੱਧ ਸਮੇਂ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ। ਬਾਅਦ ਵਿੱਚ ਭੂਪੇਸ਼ ਲੰਦਨ ਚਲੇ ਗਏ ਤੇ ਭਾਰਤੀ ਕਮਿਊਨਿਸਟਾਂ ਦੇ ਖੂਫੀਆ ਦਲ ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਬ੍ਰਿਟਿਸ਼ ਜਨਤਾ ਵਿਚਾਲੇ ਇੰਡੀਆ ਲੀਗ ਦੇ ਪ੍ਰਚਾਰ ਕੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਤੇ ਭਾਰਤ ਦੀ ਮੁਕੰਮਲ ਆਜ਼ਾਦੀ ਦੀ ਮੰਗ ਕਰਦੇ ਹੋਏ ਉਹਨਾਂ ਤੇ ਦਬਾਅ ਪਾਇਆ। ਭੂਪੇਸ਼ ਗੁਪਤਾ ਸਾਲਾਂ ਬੱਧੀ ਜੇਲ੍ਹ ਵਿੱਚ ਰਹਿਣ ਕਾਰਨ ਖਰਾਬ ਸਿਹਤ ਦੇ ਬਾਵਜੂਦ ਬ੍ਰਿਟਿਸ਼ ਪੁਲਿਸ ਤੋਂ ਬਚ ਕੇ ਇਕੱਲੇ ਸਰਗਰਮੀ ਨਾਲ ਜੁਟੇ ਰਹੇ। ਉਹਨਾਂ ਦਾ ਦਾਇਰਾ ਸਿਰਫ ਕਮਿਊਨਿਸਟਾਂ ਤੱਕ ਹੀ ਸੀਮਤ ਨਹੀਂ ਸੀ। ਕਈ ਨੌਜਵਾਨ, ਬਜ਼ੁਰਗ ਅਤੇ ਹੋਰ ਲੋਕ ਉਹਨਾਂ ਵੱਲ ਖਿੱਚੇ ਚਲੇ ਆਉਂਦੇ ਸਨ। ਇਹ ਹੈਰਾਨੀ ਦੀ ਗੱਲ ਨਹੀਂ ਸੀ ਕਿ ਉਹਨਾਂ ਦੇ ਦੋਸਤਾਂ ਵਿੱਚ ਫਿਰੋਜ਼ ਗਾਂਧੀ ਤੇ ਇੰਦਰਾ ਨਹਿਰੂ ਵੀ ਸ਼ਾਮਲ ਸਨ। ਇਹਨਾਂ ਨਾਲ ਉਹਨਾਂ ਦੀ ਦੋਸਤੀ ਕਈ ਉਤਰਾਅ ਚੜ੍ਹਾਅ ਦੇ ਬਾਵਜੂਦ ਵੀ ਬਣੀ ਰਹੀ। ਇਹ ਤਿੰਨੋਂ ਯੁੱਧ ਦੇ ਸਮੇਂ ਦੌਰਾਨ ਇੱਕ ਹੀ ਕਿਸ਼ਤੀ ਉੱਪਰ ਘਰ ਪਰਤੇ। ਵਾਪਸ ਆ ਕੇ ਭੂਪੇਸ਼ ਗੁਪਤਾ ਨੇ ਕਮਿਊਨਿਸਟ ਪਾਰਟੀ ਵਿੱਚ PC ਜੋਸ਼ੀ ਦੀ ਹੇਠ ਕੰਮ ਕੀਤਾ। 1941 ਵਿੱਚ ਉਹ ਖੁੱਲ੍ਹ ਕੇ ਸਾਹਮਣੇ ਆਏ ਤੇ ਬੰਗਾਲ ਵਿੱਚ ਸਰਗਰਮ ਹੋ ਗਏ। ਤਾਨੀਆਂ ਵਿੱਚ ਬਤਾਏ ਦਿਨਾਂ ਤੋਂ ਹੀ ਦੋਵੇਂ ਇੱਕ ਦੂਜੇ ਦੇ ਕਰੀਬ ਸਨ। ਉਹਨਾਂ ਵਿਚਾਲੇ ਗਹਿਰੀ ਦੋਸਤੀ 1964 ਵਿੱਚ ਕਮਿਊਨਿਸਟ ਅੰਦੋਲਨ ਦੇ 2 ਫਾੜ ਹੋਣ ਤੱਕ ਬਿਨਾਂ ਕਿਸੇ ਰੁਕਾਵਟ ਜਾਰੀ ਰਹੀ। ਇਸ ਮਗਰੋਂ ਭੂਪੇਸ਼ ਨੇ ਭਾਰਤੀ ਕਮਿਊਨਿਸਟ ਪਾਰਟੀ ਨਾਲ ਰਹਿਣ ਦਾ ਬਦਲ ਚੁਣਿਆ, ਜਦਕਿ ਜੋਤੀ ਬਸੂ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਸ਼ਾਮਲ ਹੋ ਗਏ। ਆਜ਼ਾਦੀ ਦੇ ਸਮੇਂ ਤੱਕ ਭੂਪੇਸ਼ ਬੰਗਾਲ ਵਿੱਚ ਇੱਕ ਨੌਜਵਾਨ ਪਰ ਮਹੱਤਵਪੂਰਨ ਸਿਆਸੀ ਸ਼ਖਸੀਅਤ ਵਜੋਂ ਉੱਭਰ ਚੁੱਕੇ ਸਨ। ਉਹਨਾਂ ਦਾ ਇਰਾਦਾ ਨਵੀਆਂ ਬੁਲੰਦੀਆਂ ਹਾਸਲ ਕਰਨਾ ਸੀ। ਭੂਪੇਸ਼ 3 ਅਪ੍ਰੈਲ 1952 ਤੋਂ ਆਪਣੇ ਦੇਹਾਂਤ ਤੱਕ 5 ਵਾਰ ਪੱਛਮੀ ਬੰਗਾਲ ਤੋਂ ਰਾਜ ਸਭਾ ਦੇ ਮੈਂਬਰ ਰਹੇ। ਉਹ ਇੱਕ ਕੁਸ਼ਲ ਸਾਂਸਦ ਸਨ। ਭੂਪੇਸ਼ ਬੇਇਨਸਾਫੀ ਤੇ ਗੈਰ ਬਰਾਬਰੀ ਦੇ ਖਿਲਾਫ ਖੜੇ ਹੋਣ ਅਤੇ ਰਾਸ਼ਟਰੀ ਮਾਨ ਮਰਿਆਦਾ ਨੂੰ ਬਣਾਈ ਰੱਖਣ ਲਈ ਆਪਣੀ ਬਹਾਦਰੀ ਲਈ ਜਾਣੇ ਜਾਂਦੇ ਸਨ। ਰਾਜ ਸਭਾ ਵਿੱਚ ਬੇਬਾਕੀ ਨਾਲ ਆਪਣਾ ਤਰਕ ਰੱਖਣ ਲਈ ਭੂਪੇਸ਼ ਦੇ ਘੱਟੋ-ਘੱਟ 100 ਪ੍ਰਸੰਗਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। 6 ਅਗਸਤ 1981 ਨੂੰ ਮਾਸਕੋ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਵੈਲਕਾਕਥੂ ਸ਼ੰਕਰਨ ਅਚੁੱਤਿਆਨੰਦਨ ਦਾ ਜਨਮ ਪੁਨਾਪਰਾ ਅਲਪਾਪੁਜਾ ਤਰਾਵਨਕੋਰ ਵਿੱਚ ਸ਼ੰਕਰਨ ਅਤੇ ਅਕੰਮਾ ਦੇ ਘਰ ਹੋਇਆ ਸੀ। ਕਿਉਂਕਿ ਉਹਨਾਂ ਨੇ ਬਹੁਤ ਛੋਟੀ ਉਮਰ ਵਿੱਚ ਹੀ ਮਾਤਾ-ਪਿਤਾ ਦੋਵਾਂ ਨੂੰ ਹੀ ਗਵਾ ਲਿਆ ਸੀ, ਇਸ ਲਈ ਉਹਨਾਂ ਨੂੰ 7ਵੀਂ ਕਲਾਸ ਤੋਂ ਬਾਅਦ ਪੜ੍ਹਾਈ ਛੱਡਣ ਲਈ ਮਜਬੂਰ ਹੋਣਾ ਪਿਆ। ਉਹਨਾਂ ਨੇ ਆਜ਼ਾਦੀ ਅੰਦੋਲਨ ਅਤੇ ਕਮਿਊਨਿਸਟ ਅੰਦੋਲਨ ਵਿੱਚ ਹਿੱਸਾ ਲਿਆ। ਬਾਅਦ ਵਿੱਚ VS ਅਚੁੱਤਿਆਨੰਦਨ ਨੇ ਕੁਟਨਾਡੂ ਵਿੱਚ ਖੇਤੀ ਕਾਮਿਆਂ ਨੂੰ ਸੰਗਠਿਤ ਕੀਤਾ ਅਤੇ ਸ਼ਾਸਕਾਂ ਵਿਰੁੱਧ ਅੰਦੋਲਨ ਕੀਤਾ। 16 ਸਾਲ ਦੀ ਉਮਰ ਵਿੱਚ ਉਹ ਕੋਟ ਫੈਕਟਰੀ ਮਜ਼ਦੂਰਾਂ ਦੇ ਇੱਕ ਸਮਰਪਿਤ ਪ੍ਰਬੰਧਕ ਬਣ ਗਏ। ਉਹ ਆਪਣੀ ਸਾਦਗੀ, ਸਮਰਪਣ ਤੇ ਗਹਿਨ ਅਧਿਐਨ ਲਈ ਜਾਣੇ ਜਾਂਦੇ ਸਨ। ਤਰਾਵਨਕੋਰ ਦੇ ਦੀਵਾਨ ਤਰਾਵਨਕੋਰ ਵਿੱਚ ਅਮਰੀਕੀ ਮਾਡਲ ਦੀ ਸਰਕਾਰ ਸਥਾਪਿਤ ਕਰਨਾ ਚਾਹੁੰਦੇ ਸਨ। VS ਅਚੁੱਤਿਆਨੰਦਨ ਨੂੰ 28 ਅਕਤੂਬਰ 1946 ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੇ ਆਪਣੇ ਸਿਆਸੀ ਜੀਵਨ ਦੌਰਾਨ 5.5 ਸਾਲ ਜੇਲ੍ਹ ਵਿੱਚ ਬਿਤਾਏ ਤੇ 4 ਸਾਲ ਲੁਕ ਛਿਪ ਕੇ ਰਹੇ। VS ਅਚੁੱਤਿਆਨੰਦਨ ਸੰਸਦੀ ਰਾਜਨੀਤੀ ਵਿੱਚ ਸਰਗਰਮ ਰਹੇ। ਉਹ 7 ਵਾਰ ਕੇਰਲ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। 2006 ਵਿੱਚ 82 ਸਾਲ ਦੀ ਉਮਰ ਵਿੱਚ ਉਹ ਕੇਰਲ ਦੇ 11ਵੇਂ ਮੁੱਖ ਮੰਤਰੀ ਬਣੇ।